ਬਾਂਝ ਇੱਕ ਦਿਲ ਛੋਹ ਜਾਣ ਵਾਲੀ ਕਹਾਣੀ। 14 ਸਾਲ ਦੀ ਉਮਰ ਵਿੱਚ ਜਦੋਂ ਖੇਡਣ ਕੁੱਦਣ ਦੀ ਉਮਰ ਹੁੰਦੀ ਆ, ਉਦੋਂ ਹੀ ਰਿਸ਼ਤਾ ਹੋ ਗਿਆ। ਉਸ ਜ਼ਮਾਨੇ 'ਚ ਸਾਰੀਆਂ ਕੁੜੀਆਂ 12-13 ਸਾਲ ਦੀ ਉਮਰ ਵਿੱਚ ਹੀ ਵਿਆਹ ਦਿੱਤੀਆਂ ਜਾਂਦੀਆਂ ਸਨ। ਵਿਆਹ ਦਾ ਮਤਲਬ ਹੀ ਵੀ ਨਹੀਂ ਪਤਾ ਹੁੰਦਾ ਸੀ। ਬਸ ਇਹ ਸੋਚ ਕੇ ਖੁਸ਼ ਹੋ ਜਾਂਦੇ ਸੀ ਕਿ ਨਵੇਂ-ਨਵੇਂ ਕੱਪੜੇ ਮਿਲਣਗੇ। ਮਾਂ ਤਾਂ ਹੈ ਨਹੀਂ ਸੀ ਤੇ ਪਿਓ ਨੇ ਬਸ ਜੋ ਘਰ ਦਾ ਥੋੜ੍ਹਾ ਬਹੁਤ ਕੰਮ ਸਿਖਾਇਆ ਸੀ, ਉਹੀ ਥੋੜ੍ਹਾ ਬਹੁਤ ਆਉਂਦਾ ਸੀ। ਵਿਆਹ ਦਾ ਦਿਨ ਆ ਗਿਆ। ਬਸ ਸਾਰੀ ਰਸਮਾਂ ਰਿਵਾਜ਼ਾਂ ਤੋਂ ਬਾਅਦ ਵਿਦਾਈ ਦਾ ਟਾਈਮ ਵੀ ਆ ਗਿਆ। ਰੋਂਦੇ ਰੋਂਦੇ ਡੋਲੀ 'ਚ ਬਹਿ ਕੇ ਸਹੁਰੇ ਘਰ ਆ ਗਈ। ਇੰਨੀ ਸੋਹਣੀ ਹਵੇਲੀ ਦੇਖ ਕੇ ਮਨ ਹੀ ਮਨ 'ਚ ਬਹੁਤ ਖੁਸ਼ ਹੋਈ। ਉਦੋਂ ਹੀ ਸੱਸ ਦੀ ਆਵਾਜ਼ ਆਈ, ਜਲਦੀ ਕਲਸ਼ ਲਿਆਓ, ਬਹੂ ਆ ਗਈ ਹੈ। ਅਤੇ ਮੈਂ ਘੂੰਘਟ ਦੇ ਓਹਲੇ 'ਚ ਆਪਣੀ ਸੱਸ ਨੂੰ ਦੇਖਿਆ। ਅੱਖਾਂ ਨਾਲ ਇੱਕਦਮ ਸਖਤ ਮਿਜਾਜ ਦੀ ਲੱਗ ਰਹੀ ਸੀ ਮੈਨੂੰ। ਸੱਚੀ ਦੱਸਾਂ, ਡਰ ਗਈ ਸੀ ਉਹਨਾਂ ਨੂੰ ਦੇਖ ਕੇ। ਸਾਰੀਆਂ ਰਸਮਾਂ ਪੂਰੇ ਹੁੰਦੇ ਹੁੰਦੇ ਰਾਤ ਪੈ ਗਈ ਸੀ। ਬਿਸਤਰ ਦੇ ਪੈਂਦੇ ਹੀ ਨੀਂਦ ਆ ਗਈ। ਸਵੇਰੇ ਸਵੇਰੇ ਨੌਕਰਾਣੀ ਨੇ ਆ ਕੇ ਜਗਾਇਆ ਕਿ ਚਲੋ ਰਸੋਈ ਬਣਾਉਣ ਦੀ ਰਸਮ ਹੈ। ਤਿਆਰ ਹੋ ਕੇ ਰਸੋਈ 'ਚ ਗਈ ਤੇ ਖੀਰ ਬਣਾਈ। ਸਾਰਿਆਂ ਨੇ ਤਾਰੀਫ ਵੀ ਕੀਤੀ, ਪਰ ਸੱਸ ਨੇ ਖੋਟ ਕੱਢਤਾ ਤੇ ਨਾਲ ਹੀ ਹਦਾਇਤ ਵੀ ਦਿੱਤੀ ਕਿ ਹੁਣ ਬਚਪਨਾ ਛੱਡ ਕੇ ਕੋਈ ਕੰਮ ਕਾਜ ਚੱਜ ਨਾਲ ਸਿੱਖ ਲੈ। 15 ਦਿਨ ਬਾਅਦ ਮੇਰੇ ਪਤੀ ਨੇ ਵੀ ਹੋਸਟਲ ਜਾਣਾ ਸੀ, ਕਿਉਂਕਿ ਉਹ BA ਕਰ ਰਹੇ ਸਨ। ਖੈਰ, ਰਮਨ ਹੋਸਟਲ ਚਲੇ ਗਏ ਤੇ ਮੈਂ ਇਕੱਲੀ ਰਹਿ ਗਈ ਆਪਣੇ ਸੱਸ ਸਹੁਰੇ ਨਾਲ। ਵਿਚਾਲੇ ਵਿਚਾਲੇ ਰਮਨ ਚਿੱਠੀ ਵੀ ਲਿਖਦਾ ਸੀ, ਪਰ ਪਹਿਲਾਂ ਮੇਰੀ ਸੱਸ ਪੜ੍ਹਦੀ ਸੀ, ਬਾਅਦ 'ਚ ਮੇਰੇ ਕੋਲ ਆਉਂਦੀ। ਉਮਰ ਘੱਟ ਹੋਣ ਨਾਲ ਉਹਨਾਂ ਫਰਕ ਨਹੀਂ ਪੈਂਦਾ ਸੀ। ਮੇਰੇ ਅਕੇਲੇਪਨ ਦਾ ਸਾਥੀ ਸੀ ਅੰਬ ਦਾ ਪੇੜ। ਹਾਂ, ਉਹੀ ਅੰਬ ਦਾ ਪੇੜ ਜੋ ਹਵੇਲੀ ਦੇ ਪਿੱਛੇ ਵਿਹੜੇ 'ਚ ਲੱਗਿਆ ਸੀ। ਉਸ ਅੰਬ ਦੇ ਪੇੜ ਥੱਲੇ ਇੱਕ ਕੱਚਾ ਕਮਰਾ ਵੀ ਬਣਾਇਆ ਹੋਇਆ ਸੀ, ਪਰ ਉਹ ਪੇੜ ਫਲ ਨਹੀਂ ਦਿੰਦਾ ਸੀ। ਇਸ ਲਈ ਸਾਰੇ ਘਰ ਵਾਲੇ ਉਹਨੂੰ ਬਾਂਝ ਕਹਿੰਦੇ ਸਨ। ਪਰ ਪਤਾ ਨਹੀਂ ਕਿਉਂ ਮੈਨੂੰ ਉਸ ਰੁੱਖ ਨਾਲ ਬਹੁਤ ਪਿਆਰ ਸੀ। ਜਦੋਂ ਵੀ ਕੰਮ ਤੋਂ ਫ੍ਰੀ ਹੋ ਕੇ ਕੁਝ ਵੇਲ ਮਿਲਦੀ ਤਾਂ ਉਹੀ ਰੁੱਖ ਮੇਰਾ ਸਾਥੀ ਹੁੰਦਾ ਸੀ। ਉਸ ਨੂੰ ਦੇਖ ਕੇ ਹੀ ਮੈਂ ਆਪਣੀ ਸਾਰੀ ਥਕਾਵਟ ਭੁੱਲ ਜਾਂਦੀ। 2 ਸਾਲ ਬੀਤ ਗਏ ਤੇ ਮੈਂ 16 ਦੀ ਹੋ ਗਈ। ਰਮਨ ਦੀ ਵੀ BA ਦੀ ਪੜ੍ਹਾਈ ਪੂਰੀ ਹੋ ਗਈ ਸੀ। ਅੱਜ ਰਮਨ ਵਾਪਿਸ ਆ ਰਹੇ ਸਨ। ਮੇਰੀ ਸੱਸ ਸਵੇਰ ਤੋਂ ਹੀ ਤਿਆਰੀ 'ਚ ਲੱਗੀ ਹੋਈ ਸੀ। ਖੁਦ ਹੀ ਰਸੋਈ 'ਚ ਜਾ ਕੇ ਸਾਰਾ ਜਾਇਜ਼ਾ ਲੈ ਰਹੀ ਸੀ। ਮੇਰੀ ਵੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਕਿ ਹੁਣ ਮੈਨੂੰ ਇਕੱਲਾ ਨਹੀਂ ਰਹਿਣਾ ਪਵੇਗਾ। 16 ਸਿੰਗਾਰ ਕਰਕੇ ਇੱਕ ਪੂਰੀ ਔਰਤ ਵਾਂਗ ਮਹਿਸੂਸ ਕਰ ਰਹੀ ਸੀ। ਅੱਜ ਮਾਂਗ ਦਾ ਸਿੰਦੂਰ ਨੇ ਵੀ ਕੁਝ ਵੱਖਰੀ ਹੀ ਲਾਲੀ ਲੈ ਰੱਖੀ ਸੀ ਤੇ ਸ਼ਾਇਦ ਉਹ ਲਾਲੀ ਮੇਰੇ ਚਿਹਰੇ 'ਤੇ ਵੀ ਦਿਖਾਈ ਦੇ ਰਹੀ ਸੀ। ਉਦੋਂ ਹੀ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਜਾ ਆਪਣੀ ਨਜ਼ਰ ਲਵਾ ਲਾ, ਰਮਨ ਆ ਗਏ ਨੇ। ਹਵੇਲੀ ਦੀ ਹਲਚਲ ਨਾਲ ਹੀ ਪਤਾ ਲੱਗ ਰਿਹਾ ਸੀ ਮੈਨੂੰ। ਖਾਣ ਪੀਣ ਤੋਂ ਬਾਅਦ ਵਿਹਲੇ ਹੋ ਕੇ ਸਾਰੇ ਆਰਾਮ ਕਰਨ ਚਲੇ ਗਏ। ਰਮਨ ਵੀ ਕਮਰੇ 'ਚ ਆ ਗਿਆ ਸੀ ਤੇ ਮੈਂ ਵੀ ਸ਼ਰਮ ਨਾਲ ਲਾਲ ਹੋ ਰਹੀ ਸੀ। ਉਦੋਂ ਹੀ ਰਮਨ ਨੇ ਮੈਨੂੰ ਇੱਕ ਤੋਹਫ਼ਾ ਦਿੱਤਾ, ਇੱਕ ਸੁੰਦਰ ਲਾਲ ਸਾੜੀ। ਪਰ ਮੇਰੇ ਲਈ ਤਾਂ ਰਮਨ ਦਾ ਵਾਪਿਸ ਆ ਜਾਣਾ ਹੀ ਸਭ ਤੋਂ ਵੱਡਾ ਤੋਹਫ਼ਾ ਸੀ। ਅਸੀਂ ਢੇਰ ਸਾਰੀਆਂ ਗੱਲਾਂ ਕੀਤੀਆਂ, ਜਿਨ੍ਹਾਂ 'ਚ ਕੁਝ ਸ਼ਿਕਾਇਤਾਂ ਸੀ, ਕੁਝ ਪਿਆਰ ਸੀ। ਸਮਾਂ ਬੀਤਦਾ ਗਿਆ। 2 ਸਾਲ ਕਿਵੇਂ ਬੀਤ ਗਏ ਸਾਨੂੰ ਕੁਝ ਪਤਾ ਹੀ ਨਹੀਂ ਲੱਗਿਆ। ਰਮਨ ਤੇ ਮੈਂ ਇੱਕ ਦੂਜੇ ਨਾਲ ਬਹੁਤ ਖੁਸ਼ ਸੀਗੇ। ਇੱਕ ਦਿਨ ਅਚਾਨਕ ਪਤਾ ਲੱਗਿਆ ਕਿ ਮੇਰੇ ਬਾਪੂ ਜੀ ਬਹੁਤ ਬਿਮਾਰ ਹਨ। ਰਮਨ ਮੈਨੂੰ ਨਾਲ ਲੈ ਕੇ ਤੁਰੰਤ ਮਿਲਣ ਚਲੇ ਗਏ। ਬਾਪੂ ਜੀ ਮੈਨੂੰ ਮਿਲ ਕੇ ਬਹੁਤ ਖੁਸ਼ ਹੋਏ, ਜਿਵੇਂ ਉਹਨਾਂ ਨੇ ਆਪਣੇ ਸਾਹਾਂ ਨੂੰ ਮੇਰੇ ਲਈ ਹੀ ਰੋਕ ਰੱਖਿਆ ਹੋਵੇ, ਅਤੇ ਫਿਰ ਮੈਨੂੰ ਰਮਨ ਦੇ ਹਵਾਲੇ ਕਰਕੇ ਇਸ ਦੁਨੀਆ ਤੋਂ ਚਲੇ ਗਏ। ਦੁਖੀ ਮਨ ਨਾਲ ਤੇ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਵਿਦਾ ਕੀਤਾ। ਹੁਣ ਮੇਰਾ ਸਭ ਕੁਝ ਰਮਨ ਤੇ ਉਸਦਾ ਪਰਿਵਾਰ ਹੀ ਸੀ। ਸਮਾਂ ਗੁਜ਼ਰਦਾ ਗਿਆ ਤੇ ਰਮਨ ਨੇ ਆਪਣੀ ਲਾਅ ਦੀ ਪੜ੍ਹਾਈ ਵੀ ਪੂਰੀ ਕਰ ਲਈ ਅਤੇ ਹੁਣ ਉਹ ਸਰਕਾਰੀ ਵਕੀਲ ਕਹਾਉਣ ਲੱਗੇ। ਪਰ ਰੱਬ ਨੇ ਹਾਲੇ ਮੈਨੂੰ ਔਲਾਦ ਦਾ ਸੁੱਖ ਨਹੀਂ ਦਿੱਤਾ। ਹਾਲੇ ਤਾਂ ਸੱਸ ਦਬੀ ਹੋਈ ਜ਼ੁਬਾਨ 'ਚ ਹੀ ਬੋਲਦੀ ਸੀ, ਪਰ ਹੌਲੀ ਹੌਲੀ ਉਹਨਾਂ ਨੇ ਆਪਣਾ ਸੁਭਾਅ ਰੁੱਖਾ ਤੇ ਕਰੜਾ ਕਰ ਲਿਆ। ਰਮਨ ਬਹੁਤ ਬਿਜੀ ਰਹਿੰਦੇ ਸਨ, ਪਰ ਆਪਣੇ ਕੰਮ ਤੋਂ, ਤੇ ਮੇਰੀ ਸੱਸ ਮੇਰੇ ਪਿੱਛੇ ਸਾਰਾ ਦਿਨ ਪਈ ਰਹਿੰਦੀ। ਹੌਲੀ ਹੌਲੀ ਸਾਰੇ ਪਿੰਡ ਵਿੱਚ ਇਹ ਗੱਲ ਫੈਲ ਗਈ ਕਿ ਹਵੇਲੀ ਵਾਲਿਆਂ ਦੀ ਨੂੰਹ ਬਾਂਝ ਹੈ। ਤੀਰ ਵਾਂਗੂ ਚੁੰਭਦਾ ਸੀ ਇਹ ਸ਼ਬਦ, ਪਰ ਕੁਝ ਕਹਿ ਨਹੀਂ ਪਾਉਂਦੀ।
ਬਸ ਹੰਝੂਆਂ ਨਾਲ ਦਿਲ ਹਲਕਾ ਕਰ ਲੈਂਦੀ। ਰਮਨ ਮੈਨੂੰ ਦਿਲਾਸਾ ਦਿੰਦੇ, ਪਰ ਲੋਕਾਂ ਦਾ ਹੀ ਵਰਤਾਵ ਅੰਦਰ ਅੰਦਰ ਮੈਨੂੰ ਖੋਖਲਾ ਕਰ ਰਿਹਾ ਸੀ। ਹੁਣੇ ਮੇਰੀ ਉਮਰ ਹੀ ਕਿੰਨੀ ਸੀ, ਸਿਰਫ 19 ਸਾਲ, ਤੇ ਲੋਕਾਂ ਨੇ ਮੈਨੂੰ ਬਾਂਝ ਬਣਾ ਦਿੱਤਾ। ਬਚਪਨ ਤੋਂ ਹੀ ਮੈਂ ਦੁਬਲੀ ਪਤਲੀ ਸੀ। ਮੈਂ ਫਿਰ ਮਾਂ ਦੇ ਜਾਣ ਤੋਂ ਬਾਅਦ ਠੀਕ ਤੋਂ ਮੇਰਾ ਪਾਲਣ ਪੋਸ਼ਣ ਵੀ ਤਾਂ ਨਹੀਂ ਹੋ ਪਾਇਆ ਸੀ। ਇੱਕ ਦਿਨ ਰਮਨ ਜਦੋਂ ਦੁਪਹਿਰ ਦੇ ਖਾਣੇ 'ਤੇ ਘਰ ਆਏ ਤਾਂ ਮੇਰੀ ਸੱਸ ਨੇ ਇਹ ਫਰਮਾਨ ਸੁਣਾ ਦਿੱਤਾ ਕਿ ਰਮਨ ਦੂਜਾ ਵਿਆਹ ਕਰੇਗਾ। ਹਾਏ ਰੱਬਾ, ਇੰਨਾ ਵੱਡਾ ਧੋਖਾ ਕਿਵੇਂ ਦੇ ਸਕਦੇ ਨੇ ਰਮਨ ਮੈਨੂੰ। ਨਹੀਂ, ਇਹ ਨਹੀਂ ਹੋ ਸਕਦਾ। ਲਾਈਟ ਬੰਦ ਕਰਕੇ ਦੇ, ਮੈਂ ਸੌਣਾ ਹੈ। ਰਮਨ, ਕੁਝ ਗੱਲ ਕਰਨੀ ਆ ਤੁਹਾਡੇ ਨਾਲ। ਮੈਂ ਥੱਕ ਗਿਆ ਹਾਂ, ਮੈਨੂੰ ਸੌਣ ਦੇ ਅੰਮ੍ਰਿਤਾ। ਰਮਨ, ਕੀ ਤੁਸੀਂ ਦੂਜਾ ਵਿਆਹ ਕਰੋਗੇ? ਅੰਮ੍ਰਿਤਾ, ਮੈਨੂੰ ਸੌਣ ਦੇ, ਮੈਂ ਥੱਕ ਗਿਆ ਹਾਂ ਤੁਹਾਡੇ ਸਭ ਦੀ ਚਿਕ ਚਿਕ ਸੁਣ ਕੇ। ਉੱਧਰ ਮਾਂ ਹੈ, ਇੱਧਰ ਤੂੰ ਪਰੇਸ਼ਾਨ ਹੋ ਗਿਆ ਹਾਂ। ਦਿਲ ਕਰਦਾ ਕਿ ਮੈਂ ਆਪਣੀ ਜਾਨ ਦੇ ਦੇਵਾਂ। ਨਹੀਂ ਰਮਨ, ਇੱਦਾਂ ਨਾ ਬੋਲੋ। ਅੰਮ੍ਰਿਤਾ ਰਮਨ ਦੇ ਮੂੰਹ 'ਤੇ ਹੱਥ ਰੱਖਦੀ ਹੋਈ ਬੋਲੀ। ਤੁਹਾਡੇ ਬਿਨਾਂ ਹੋਰ ਕੌਣ ਆ ਮੇਰਾ? ਅੰਮ੍ਰਿਤਾ ਕਰਵਟ ਲੈ ਕੇ ਸਾਰੀ ਰਾਤ ਹੰਝੂ ਕੇਰਦੀ ਰਹੀ, ਤੇ ਸਵੇਰੇ ਜਦੋਂ ਉੱਠੀ ਤਾਂ ਇੱਕ ਟੁੱਟੀ ਹੋਈ ਔਰਤ ਬਣ ਕੇ, ਜੋ ਮਜਬੂਰ ਹੋ ਕੇ ਹਰ ਚੀਜ਼ ਨਾਲ ਸਮਝੌਤਾ ਕਰ ਲੈਂਦੀ ਹੈ। ਸਾਰੀ ਰਾਤ ਇਹੀ ਸੋਚਦੀ ਰਹੀ ਕਿ ਸ਼ਾਇਦ ਰਮਨ ਨੇ ਵੀ ਮੌਨ ਸਵੀਕ੍ਰਿਤੀ ਦੇ ਦਿੱਤੀ ਆ ਦੂਜੇ ਵਿਆਹ ਲਈ, ਪਰ ਉਹਨੂੰ ਕੀ ਪਤਾ ਸੀ ਕਿ ਉਹਦੀ ਮਾਂ ਨੇ ਇਸ ਹੱਦ ਤੱਕ ਉਹਨੂੰ ਮਜਬੂਰ ਕੀਤਾ ਹੈ ਦੂਜੇ ਵਿਆਹ ਲਈ। 1 ਮਹੀਨੇ ਦੇ ਅੰਦਰ ਹੀ ਰਮਨ ਦਾ ਦੂਜਾ ਵਿਆਹ ਜਸਵੀਰ ਨਾਲ ਹੋ ਗਿਆ। ਜਸਵੀਰ ਰਮਨ ਦੀ ਮਾਂ ਦੀ ਦੂਰ ਦੇ ਰਿਸ਼ਤੇਦਾਰ ਦੀ ਕੁੜੀ ਸੀ। ਅੰਮ੍ਰਿਤਾ, ਅੱਜ ਤੋਂ ਆਪਣਾ ਸਮਾਨ ਉਸ ਪਿੱਛੇ ਵਾਲੇ ਕਮਰੇ 'ਚ ਰੱਖ ਲੈ। ਅੱਜ ਤੋਂ ਜਸਵੀਰ ਇਸ ਕਮਰੇ 'ਚ ਰਵੇਗੀ ਰਮਨ ਨਾਲ। ਸੱਸ ਨੇ ਹੱਥ ਦਿਖਾਉਂਦੇ ਹੋਏ ਕਿਹਾ। ਕਿਵੇਂ ਛੱਡ ਦਿਆਂ ਇਹ ਕਮਰਾ? ਨਹੀਂ, ਇਹ ਮੇਰਾ ਕਮਰਾ ਹੈ। ਮੈਂ ਨਹੀਂ ਜਾਂਦੀ। ਜਿਸਨੂੰ ਜਿੱਥੇ ਜਾਣਾ ਹੋਵੇ ਉੱਥੇ ਚਲਾ ਜਾਵੇ। ਫਿਰ ਖਿਆਲ ਆਇਆ ਕਿ ਜੋ ਵਿਆਹ ਕੇ ਜਿਸ ਘਰ ਵਿੱਚ ਲਿਆਇਆ ਸੀ, ਜਦ ਉਹ ਹੀ ਮੇਰਾ ਨਹੀਂ ਹੋਇਆ ਤਾਂ ਇਹ ਕਮਰਾ ਮੇਰਾ ਕਿਵੇਂ ਹੋ ਸਕਦਾ ਹੈ? ਇਹ ਸੋਚਦੇ ਹੋਏ ਅੱਖਾਂ ਤੋਂ ਹੰਝੂਆਂ ਦਾ ਹੜ੍ਹ ਆ ਗਿਆ। ਸਿੰਦੂਰ ਦੀ ਡੱਬੀ ਤੇ ਕੁਝ ਕੱਪੜੇ ਨਾਲ ਲੈ ਕੇ ਉਸ ਮਿੱਟੀ ਦੇ ਬਣੇ ਕੱਚੇ ਕੋਠੇ ਵੱਲ ਚੱਲ ਪਈ। ਸਮਾਨ ਇੱਕ ਨੁੱਕਰੇ ਰੱਖ ਕੇ ਬਾਰੀ ਕੋਲ ਬਹਿ ਗਈ ਤੇ ਉਸ ਅੰਬ ਦੇ ਬੂਟੇ ਨੂੰ ਨਿਹਾਰਨ ਲੱਗੀ। ਇਸ ਨੂੰ ਕਿਸਮਤ ਕਹਾਂ ਜਾਂ ਕੁਝ ਹੋਰ, ਕਿ ਅੱਜ ਮੇਰੀ ਹਾਲਤ ਵੀ ਇਸ ਬੂਟੇ ਵਾਂਗ ਹੋ ਗਈ ਹੈ। ਇਕੱਲਾ, ਬੇਸਹਾਰਾ, ਜਿਵੇਂ ਅੱਜ ਤੱਕ ਇਹ ਆਪਣੇ ਵਜੂਦ ਨੂੰ ਬਚਾਉਣ 'ਚ ਸਫਲ ਰਿਹਾ ਹੈ ਕਿ ਮੈਂ ਵੀ ਉਸ ਹੀ ਤਰ੍ਹਾਂ ਅਡਿੰਗ ਤੇ ਮਜ਼ਬੂਤ ਰਹਿ ਸਕਾਂਗੀ, ਜਾਂ ਫਿਰ ਕਿਸੇ ਕਮਜ਼ੋਰ ਬੇਲ ਦੀ ਤਰ੍ਹਾਂ ਮੁਰਝਾ ਜਾਵਾਂਗੀ, ਜਾਂ ਆਪਣਾ ਵਜੂਦ ਖੋ ਦੇਵਾਂਗੀ। ਨਹੀਂ, ਇੱਦਾਂ ਨਹੀਂ ਹੋਊਗਾ। ਮੈਂ ਮਜ਼ਬੂਤ ਰਹਾਂਗੀ। ਜਦੋਂ ਇਹ ਬੇਜ਼ੁਬਾਨ ਰੁੱਖ ਸਭ ਨਾਲ ਲੜ ਸਕਦਾ ਹੈ ਤਾਂ ਮੈਂ ਕਿਉਂ ਨਹੀਂ? ਆਪਣੇ ਵਿਚਾਰਾਂ ਤੋਂ ਬਾਹਰ ਆ ਕੇ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਹਰ ਹਾਲਤ ਨਾਲ ਲੜਨ ਲਈ ਤਿਆਰ ਕੀਤਾ। ਦਿਨ ਗੁਜ਼ਰਦੇ ਗਏ ਤੇ ਮੈਂ ਆਪਣੇ ਆਪ ਨੂੰ ਘਰ ਦੇ ਕੰਮਾਂ ਵਿੱਚ ਬਿਜ਼ੀ ਕਰ ਲਿਆ। ਆਪਣੀ ਕੋਠੜੀ ਨੇੜੇ ਬਹੁਤ ਸਾਰੇ ਰੁੱਖ ਲਾ ਲਏ ਤੇ ਬਾਕੀ ਬਚੇ ਸਮੇਂ 'ਚ ਉਹਨਾਂ ਪੇੜ ਪੌਦਿਆਂ ਦੀ ਦੇਖਭਾਲ ਕਰਨ ਲੱਗੀ। ਨਾਲ ਹੀ ਉਸ ਅੰਬ ਦੇ ਬੂਟੇ ਦੀ ਖਾਸ ਦੇਖਭਾਲ ਕਰਦੀ ਸੀ। ਜਸਵੀਰ ਇੱਕ ਸਮਝਦਾਰ ਤੇ ਸਿਆਣੀ ਕੁੜੀ ਸੀ। ਉਹ ਜਦੋਂ ਵੀ ਮੇਰੇ ਨਾਲ ਗੱਲ ਕਰਨ ਆਉਂਦੀ, ਮੇਰੀ ਸੱਸ ਉਸਨੂੰ ਕਿਸੇ ਬਹਾਨੇ ਬੁਲਾ ਲੈਂਦੀ। ਰਮਨ ਪਹਿਲਾਂ ਨਾਲੋਂ ਜ਼ਿਆਦਾ ਬਿਜ਼ੀ ਰਹਿਣ ਲੱਗਾ ਸੀ। ਮੇਰੇ ਨਾਲ ਗੱਲ ਤਾਂ ਕਰਦੇ, ਪਰ ਇੱਕ ਪਛਤਾਵਾ ਹਮੇਸ਼ਾ ਉਸ ਦੀਆਂ ਅੱਖਾਂ 'ਚ ਦਿਖਾਈ ਦਿੰਦਾ। ਸ਼ਾਇਦ ਮੇਰੀ ਹਾਲਤ ਦੇਖ ਕੇ ਬੁਰਾ ਲੱਗਦਾ ਸੀ ਉਹਨਾਂ ਨੂੰ, ਪਰ ਆਪਣੀ ਮਾਂ ਦੇ ਖਿਲਾਫ ਜਾਣ ਦੀ ਹਿੰਮਤ ਨਹੀਂ ਜੁਟਾ ਪਾਉਂਦੇ ਸਨ। ਜਸਵੀਰ ਦੇ ਦਿਨ ਖੁਸ਼ੀ ਨਾਲ ਗੁਜ਼ਰ ਰਹੇ ਸਨ ਤੇ ਮੇਰੇ ਦਿਨ ਬਸ ਕੱਟ ਹੀ ਰਹੇ ਸਨ, ਅਤੇ ਦੇਖਦੇ ਦੇਖਦੇ ਉਹ ਦਿਨ ਵੀ ਆ ਗਿਆ ਜਦੋਂ ਜਸਵੀਰ ਨੇ ਖੁਸ਼ਖਬਰੀ ਸੁਣਾ ਦਿੱਤੀ ਕਿ ਉਹ ਮਾਂ ਬਣਨ ਵਾਲੀ ਹੈ। ਪੂਰੀ ਹਵੇਲੀ 'ਚ ਤਿਉਹਾਰ ਵਰਗਾ ਮਾਹੌਲ ਹੋ ਗਿਆ। ਸਾਰੇ ਨੌਕਰਾਂ 'ਚ ਤੋਹਫ਼ੇ ਵੰਡੇ ਜਾਣ ਲੱਗੇ। ਮੈਂ ਵੀ ਵਾਲੀ ਖੁਸ਼ ਸੀ ਕਿ ਚਲੋ ਚੰਗਾ ਹੋਇਆ, ਹੁਣ ਘਰ 'ਚ ਇੱਕ ਨਵਾਂ ਮਹਿਮਾਨ ਆਵੇਗਾ ਤੇ ਸ਼ਾਇਦ ਮੇਰੀ ਜ਼ਿੰਦਗੀ ਦਾ ਅਕੇਲਾਪਨ ਘੱਟ ਹੋ ਜਾਵੇਗਾ। ਜਸਵੀਰ ਬਹੁਤ ਕਮਜ਼ੋਰ ਸੀ ਤੇ ਉਮਰ ਵੀ 16। ਉਸਨੂੰ ਬਹੁਤ ਤਕਲੀਫ ਹੁੰਦੀ। ਹੁਣ ਸਾਸ ਦਾ ਆਦੇਸ਼ ਸੀ ਕਿ ਉਸਦੀ ਚੰਗੀ ਤਰ੍ਹਾਂ ਸੇਵਾ ਕੀਤੀ ਜਾਵੇ, ਜਿਸ ਨਾਲ ਉਸਦੀ ਕਮਜ਼ੋਰੀ ਦੂਰ ਹੋ ਸਕੇ। ਸਾਰੀ ਦੇਖਭਾਲ ਤੇ ਸੇਵਾ ਤੋਂ ਬਾਅਦ ਵੀ ਜਸਵੀਰ ਦਾ ਭਾਰ ਕੁਝ ਖਾਸ ਨਹੀਂ ਵੱਧ ਰਿਹਾ ਸੀ।
ਇੱਕ ਦਿਨ ਮੈਂ ਚਿੰਤਾ ਨਾਲ ਰਮਨ ਨੂੰ ਕਿਹਾ ਕਿ ਜਸਵੀਰ ਨੂੰ ਸ਼ਹਿਰ 'ਚ ਕਿਸੇ ਵਧੀਆ ਡਾਕਟਰ ਨੂੰ ਦਿਖਾ ਲਿਆਓ, ਪਰ ਸੱਸ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਸਾਡੇ ਵੀ ਬੱਚੇ ਘਰ 'ਤੇ ਹੀ ਹੋਏ ਨੇ ਅਤੇ ਰਮਨ ਦੀ ਉਹੀ ਪੁਰਾਣੀ ਆਦਤ ਕਿ ਉਹ ਆਪਣੀ ਮਾਂ ਦੇ ਖਿਲਾਫ ਤਾਂ ਉਹ ਜਾ ਹੀ ਨਹੀਂ ਸਕਦੇ ਸਨ। ਇੱਕ ਦਿਨ ਜਸਵੀਰ ਦੀ ਤਬੀਅਤ ਕੁਝ ਜ਼ਿਆਦਾ ਖਰਾਬ ਹੋਣ ਲੱਗੀ। ਉਸ ਦੀ ਸਾਹਾਂ ਫੁੱਲ ਰਹੀਆਂ ਸਨ। ਘਬਰਾ ਕੇ ਮੈਂ ਪਿੰਡ ਦੇ ਇੱਕ ਵੈਦ ਨੂੰ ਬੁਲਵਾ ਭੇਜਿਆ। ਵੈਦ ਜੀ ਨੇ ਆ ਕੇ ਕੁਝ ਦਵਾਈਆਂ ਦਿੱਤੀਆਂ ਤੇ ਖੂਨ ਦੀ ਘਾਟ ਦੱਸੀ ਅਤੇ ਮੈਂ ਰਮਨ ਨੂੰ ਜਦੋਂ ਇਹ ਸਭ ਦੱਸਿਆ ਤਾਂ ਸੱਸ ਨੇ ਮੈਨੂੰ ਜਸਵੀਰ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ, ਇਹ ਕਹਿ ਕੇ ਕਿ ਇੱਕ ਬਾਂਝ ਦੀ ਪਰਛਾਈ ਵੀ ਨਹੀਂ ਪੈਣ ਦੇਣੀ ਜਸਵੀਰ 'ਤੇ। ਖੈਰ, ਮੈਨੂੰ ਜਸਵੀਰ ਤੋਂ ਦੂਰ ਕਰ ਦਿੱਤਾ ਗਿਆ ਤੇ ਫਿਰ ਮੈਂ ਆਪਣੀ ਉਸੇ ਕੋਠੜੀ 'ਚ ਅਕੇਲੀ ਹੀ ਸਾਰਾ ਦਿਨ ਬੰਦ ਰਹਿਣ ਲੱਗੀ। ਜਾਂ ਇਹ ਵੀ ਕਹਿ ਲਵਾਂ ਕਿ ਮੈਂ ਆਪ ਖੁਦ ਵੀ ਡਰ ਗਈ ਸੀ ਕਿਤੇ ਸੱਚਮੁੱਚ ਮੇਰੀ ਵਜ੍ਹਾ ਨਾਲ ਜਸਵੀਰ ਨੂੰ ਕੁਝ ਹੋ ਨਾ ਜਾਵੇ। ਕੁਝ ਦਿਨਾਂ ਬਾਅਦ ਰਾਤ ਨੂੰ ਸ਼ੋਰ ਸ਼ਰਾਬਾ ਸੁਣ ਕੇ ਮੈਂ ਵਿਹੜੇ ਵੱਲ ਭੱਜੀ ਤੇ ਪਤਾ ਲੱਗਾ ਕਿ ਬੱਚੇ ਦੇ ਜਨਮ ਦਾ ਸਮਾਂ ਆ ਗਿਆ ਸੀ। ਪਿੰਡ ਦੀਆਂ ਸਿਆਣੀਆਂ ਔਰਤਾਂ ਦੇ ਦਾਈਆਂ ਨੂੰ ਸੱਦਿਆ ਗਿਆ। ਪੂਰੀ ਹਵੇਲੀ 'ਚ ਹਲਚਲ ਦਾ ਮਾਹੌਲ ਸੀ। ਮੈਂ ਰਮਨ ਵੱਲ ਤੱਕਿਆ। ਉਹ ਬਹੁਤ ਹੀ ਡਰੇ ਹੋਏ ਲੱਗ ਰਹੇ ਸਨ। ਮੈਂ ਉਹਨਾਂ ਕੋਲ ਗਈ ਤੇ ਧੀਰਜ ਰੱਖਣ ਨੂੰ ਕਿਹਾ। ਥੋੜ੍ਹੀ ਦੇਰ 'ਚ ਬੱਚੇ ਦੀ ਕਿਲਕਾਰੀ ਗੂੰਜਣ ਲੱਗੀ। ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਸੀ, ਪਰ ਉਦੋਂ ਹੀ ਤਾਈ ਨੇ ਬਾਹਰ ਆ ਕੇ ਦੱਸਿਆ ਕਿ ਜਸਵੀਰ ਨੂੰ ਕਮਜ਼ੋਰੀ ਤੇ ਖੂਨ ਦੀ ਘਾਟ ਕਾਰਨ ਅਸੀਂ ਜਸਵੀਰ ਨੂੰ ਨਹੀਂ ਬਚਾ ਸਕੇ। ਕੁੜੀ ਨੂੰ ਜਨਮ ਦਿੰਦੇ ਹੀ ਜਸਵੀਰ ਦੀ ਮੌਤ ਹੋ ਗਈ। ਹਾਏ, ਪੋਤੇ ਦਾ ਮੂੰਹ ਨਹੀਂ ਦੇਖ ਪਾਈ ਮੈਂ। ਹੁਣ ਕਿਵੇਂ ਮੇਰਾ ਵੰਸ਼ ਅੱਗੇ ਚੱਲੇਗਾ? ਸੱਸ ਦਾ ਵਹਿਣ ਪੂਰੀ ਹਵੇਲੀ 'ਚ ਗੂੰਜ ਰਿਹਾ ਸੀ। ਉਸ ਛੋਟੀ ਦੁੱਧ ਮੋਹੀ ਬੱਚੀ ਨੂੰ ਵੇਖ ਕੇ ਕਲੇਜਾ ਮੂੰਹ ਨੂੰ ਆ ਰਿਹਾ ਸੀ। ਏਦਾਂ ਲੱਗਦਾ ਸੀ ਕਿ ਉਹ ਮੈਂ ਹੀ ਹਾਂ। ਮੈਂ ਉਹਨੂੰ ਕਲੇਜੇ ਨਾਲ ਲਾ ਲਿਆ। ਜਿਨ੍ਹਾਂ ਦੀ ਮਾਂ ਨਹੀਂ ਹੁੰਦੀ ਉਹ ਬੱਚੇ ਕੁਝ ਜ਼ਿਆਦਾ ਹੀ ਸਮਝਦਾਰ ਹੁੰਦੇ ਹਨ ਸ਼ਾਇਦ। ਜ਼ਰਾ ਕੁ ਵੀ ਪਰੇਸ਼ਾਨ ਨਹੀਂ ਕਰਦੀ ਸੀ ਉਹ ਮੈਨੂੰ। ਬਸ ਦੁੱਧ ਪੈਂਦੇ ਹੀ ਉਹ ਸੋ ਜਾਂਦੀ ਸੀ। ਸੱਸ ਦਾ ਉਹੀ ਵਹਿਣ ਚੱਲਦਾ ਰਹਿੰਦਾ ਕਿ ਕੁੜੀਆਂ ਨਾਲ ਵੰਸ਼ ਨਹੀਂ ਚੱਲਦਾ, ਪਰ ਸ਼ਾਇਦ ਹੁਣ ਕਿਸੇ ਨੂੰ ਫਰਕ ਨਹੀਂ ਪੈਂਦਾ ਸੀ। ਰਮਨ ਹੁਣ ਪਹਿਲਾਂ ਨਾਲੋਂ ਖੁਸ਼ ਰਹਿਣ ਲੱਗੇ। ਆਫਿਸ ਤੋਂ ਆਉਂਦੇ ਹੀ ਮੇਰੇ ਕਮਰੇ 'ਚ ਆਉਂਦੇ ਤੇ ਆਪਣੀ ਗੁੱਡੀ ਨੂੰ ਖਿਡਾਉਂਦੇ। ਮੈਨੂੰ ਵੀ ਰਮਨ ਨੂੰ ਖੁਸ਼ ਵੇਖ ਕੇ ਚੰਗਾ ਲੱਗਦਾ। ਸਾਲ ਬੀਤ ਗਿਆ ਸੀ ਜਸਵੀਰ ਨੂੰ ਗਏ ਹੋਏ ਤੇ ਗੁੱਡੀ ਨੂੰ ਆਏ ਹੋਏ। ਅੱਜ ਜਸਵੀਰ ਦੀ ਬਰਸੀ ਹੈ। ਹਵੇਲੀ 'ਚ ਛੋਟੀ ਜਿਹੀ ਪੂਜਾ ਰਖਵਾਈ ਹੈ ਮੈਂ। ਪੰਡਿਤ ਜੀ ਦੇ ਆਉਂਦੇ ਹੀ ਸੱਸ ਨੇ ਪੁੱਛਿਆ ਕਿ ਮੈਂ ਜਿਉਂਦੇ ਜੀ ਆਪਣੇ ਪੋਤੇ ਦਾ ਮੂੰਹ ਦੇਖ ਸਕਾਂਗੀ ਤਾਂ ਪੰਡਿਤ ਜੀ ਇਸ ਲਈ ਕੁਝ ਘਰ 'ਚ ਸ਼ਾਂਤੀ ਦੇ ਉਪਾਅ ਦੱਸੋ। ਸੱਸ ਚੱਲ ਪਈ ਪੰਡਿਤ ਜੀ ਨੂੰ ਘਰ ਦਿਖਾਉਣ। ਸਾਰੀ ਹਵੇਲੀ ਦੀ ਸ਼ੁੱਧੀ ਕਰਾਉਣ। ਮੇਰੀ ਕੋਠੜੀ ਕੋਲ ਵੀ ਗਈ ਤੇ ਪੰਡਿਤ ਜੀ ਨੂੰ ਉਹ ਬਾਂਝ ਪੇੜ ਵੀ ਦਿਖਾਇਆ। ਪੇੜ ਦੇਖਦੇ ਹੀ ਪੰਡਿਤ ਜੀ ਦਾ ਮੂੰਹ ਬਣ ਆਇਆ ਅਤੇ ਪੰਡਿਤ ਜੀ ਨੇ ਕਿਹਾ ਦਿੱਤਾ ਕਿ ਇਸੇ ਮਨਹੂਸ ਪੇੜ ਦੀ ਵਜ੍ਹਾ ਨਾਲ ਤੁਹਾਡੇ ਘਰੇ ਬੇਟਾ ਨਹੀਂ ਹੈ। ਜਿੰਨਾ ਜਲਦੀ ਹੋ ਸਕੇ ਇਸ ਨੂੰ ਕਟਵਾ ਦਿਓ। ਹੁਣ ਮੇਰੇ ਬਰਦਾਸ਼ਤ ਦੀ ਹੱਦ ਪਾਰ ਹੋ ਚੁੱਕੀ ਸੀ। ਮੈਂ ਰਮਨ ਵੱਲ ਤੱਕਿਆ, ਪਰ ਮੈਨੂੰ ਨਹੀਂ ਲੱਗਦਾ ਕਿ ਉਹ ਮਨਾ ਕਰਨਗੇ ਤੇ ਸੱਸ ਨੇ ਤੁਰੰਤ ਨੌਕਰਾਂ ਨੂੰ ਸੱਦ ਲਿਆ ਕਿ ਹੁਣੇ ਹੀ ਇਸ ਰੁੱਖ ਨੂੰ ਕੱਟ ਦਿਓ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ, ਕਿਵੇਂ ਆਪਣੇ ਦੁੱਖ ਸੁੱਖ ਦੇ ਸਾਥੀ ਨੂੰ ਬਚਾਵਾਂ। ਤੇ ਜਿੱਦਾਂ ਹੀ ਉਹ ਕੁਹਾੜੀ ਲੈ ਕੇ ਉਸ ਰੁੱਖ ਨੂੰ ਕੱਟਣ ਲਈ ਅੱਗੇ ਵਧੇ, ਮੈਂ ਤੇਜ਼ੀ ਨਾਲ ਦੌੜ ਕੇ ਉਸ ਰੁੱਖ ਨੂੰ ਗਲਵਕੜੀ ਪਾ ਲਈ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗੀ ਕਿ ਇਸ ਰੁੱਖ ਨੂੰ ਛੱਡ ਦਿਓ, ਨਾ ਕੱਟੋ। ਪਰ ਉਹ ਲੋਕ ਮੇਰੀ ਬੇਨਤੀ ਨਹੀਂ ਸੁਣ ਰਹੇ ਹਨ। ਮੈਂ ਰੋਂਦੀ ਕਰਲਾਉਂਦੀ ਰਹੀ, ਪਰ ਕਿਸੇ ਨੂੰ ਕੋਈ ਤਰਸ ਨਹੀਂ ਆ ਰਿਹਾ ਸੀ। ਉਦੋਂ ਹੀ ਕਿਸੇ ਨੇ ਮੈਨੂੰ ਪਿੱਛੋਂ ਖਿੱਚ ਕੇ ਧੱਕਾ ਮਾਰਿਆ ਤੇ ਮੇਰਾ ਸਿਰ ਪੱਥਰ ਨਾਲ ਟਕਰਾ ਗਿਆ। ਸਿਰ ਤੋਂ ਖੂਨ ਦੀ ਧਾਰ ਨਿਕਲ ਰਹੀ ਸੀ। ਇਹ ਦੇਖ ਕੇ ਰਮਨ ਤੋਂ ਰਿਹਾ ਨਹੀਂ ਗਿਆ ਅਤੇ ਉਹਨਾਂ ਨੇ ਉੱਥੋਂ ਸਭ ਨੂੰ ਪਰੇ ਹਟਾ ਦਿੱਤਾ ਤੇ ਤੁਰੰਤ ਹੀ ਮੈਨੂੰ ਹਸਪਤਾਲ ਲੈ ਗਏ। ਮਰਹਮ ਪੱਟੀ ਕਰਨ ਤੋਂ ਬਾਅਦ ਮੈਨੂੰ ਹੋਸ਼ ਆਇਆ। ਡਾਕਟਰ ਸਾਹਿਬਾ ਸਾਹਮਣੇ ਖੜੀ ਸੀ ਤੇ ਰਮਨ ਨੂੰ ਕੁਝ ਸਮਝਾ ਰਹੀ ਸੀ। ਮੇਰੀ ਸੱਸ ਵੀ ਉੱਥੇ ਹੀ ਸੀ ਤੇ ਉਹਨਾਂ ਦੇ ਚਿਹਰੇ ਤੋਂ ਸਾਫ਼ ਨਜ਼ਰ ਆ ਰਿਹਾ ਸੀ ਕਿ ਉਸ ਨੂੰ ਆਪਣੇ ਕੀਤੇ ਦੇ ਅਫਸੋਸ ਹੋ ਰਿਹਾ ਸੀ। ਡਾਕਟਰ ਸਾਹਿਬਾ, ਕੀ ਹੁਣ ਅਸੀਂ ਇਹਨੂੰ ਘਰ ਲੈ ਜਾ ਸਕਦੇ ਹਨ? ਰਮਨ ਨੇ ਪੁੱਛਿਆ। ਹਾਂ, ਤੁਸੀਂ ਇਹਨੂੰ ਘਰ ਲੈ ਜਾ ਸਕਦੇ ਹੋ, ਪਰ ਧਿਆਨ ਰੱਖਣਾ ਕਿ ਹੁਣ ਦੁਬਾਰਾ ਇੱਦਾਂ ਦਾ ਨਾ ਹੋਵੇ, ਕਿਉਂਕਿ ਅਜਿਹੀ ਹਾਲਤ ਵਿੱਚ ਡਿੱਗਣਾ ਠੀਕ ਨਹੀਂ ਹੁੰਦਾ।
ਇਹੋ ਜਿਹੀ ਹਾਲਤ? ਡਾਕਟਰ ਸਾਹਿਬ ਕੀ ਹੋਇਆ ਇਹਨੂੰ? ਰਮਨ ਨੇ ਘਬਰਾਉਂਦੇ ਹੋਏ ਪੁੱਛਿਆ। ਹਾਏ ਰੱਬਾ, ਕੀ ਤੁਹਾਨੂੰ ਨਹੀਂ ਪਤਾ ਹੁਣ ਵੀ ਇਹ ਮਾਂ ਬਣਨ ਵਾਲੀ ਹੈ? ਹੁਣ ਇਸ ਦਾ ਚੰਗੀ ਤਰ੍ਹਾਂ ਧਿਆਨ ਨਾਲ ਖਿਆਲ ਰੱਖਣਾ। ਇਹ ਸੁਣ ਕੇ ਕਿਸੇ ਨੂੰ ਯਕੀਨ ਨਹੀਂ ਹੋਇਆ। ਸਾਰੇ ਇੱਕ ਦੂਜੇ ਵੱਲ ਤੱਕ ਰਹੇ ਸਨ। ਮੈਂ ਤਾਂ ਬਿਲਕੁਲ ਵੀ ਯਕੀਨ ਨਹੀਂ ਕਰ ਪਾ ਰਹੀ ਸੀ। ਸੱਸ ਦੀਆਂ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਨ। ਮੇਰੇ ਸਿਰ 'ਤੇ ਹੱਥ ਰੱਖ ਕੇ ਬਸ ਇੰਨਾ ਹੀ ਕਿਹਾ ਸਕੀ ਕਿ ਬੇਟਾ ਮੈਨੂੰ ਮਾਫ਼ ਕਰ ਦੇ। ਮੈਂ ਖੁਸ਼ੀ ਨਾਲ ਭਰ ਕੇ ਸੱਸ ਦੇ ਗਲ ਲੱਗ ਗਈ, ਜਿਵੇਂ ਮੈਂ ਆਪਣੀ ਮਾਂ ਦੇ ਗਲ ਹੀ ਲੱਗ ਰਹੀ ਸੀ। ਪੂਰੇ 9 ਮਹੀਨੇ ਮੇਰੀ ਸੱਸ ਮਾਂ ਨੇ ਮੇਰਾ ਬਹੁਤ ਖਿਆਲ ਰੱਖਿਆ ਤੇ ਮੈਂ ਉਸ ਰੁੱਖ ਦਾ। ਅੱਜ ਮੇਰੀ ਡਿਲੀਵਰੀ ਹੋਣੀ ਸੀ। ਮੇਰੀ ਸੱਸ ਮਾਂ ਮੈਨੂੰ ਸਮੇਂ 'ਤੇ ਹੀ ਹਸਪਤਾਲ ਲੈ ਗਈ ਤਾਂ ਕਿ ਜੋ ਗਲਤੀ ਉਹਨਾਂ ਨੇ ਜਸਵੀਰ ਵੇਲੇ ਕੀਤੀ ਸੀ ਉਹ ਹੁਣ ਨਾ ਹੋਵੇ। ਵਧਾਈਆਂ, ਹੁਣ ਤੁਹਾਡੇ ਪੋਤਾ ਹੋਇਆ। ਨਰਸ ਨੇ ਮੇਰੀ ਸੱਸ ਮਾਂ ਨੂੰ ਖੁਸ਼ਖਬਰੀ ਸੁਣਾਈ ਤੇ ਮੇਰੀ ਸੱਸ ਨੇ ਆਪਣੇ ਹੱਥ 'ਚੋਂ ਮੁੰਦਰੀ ਕੱਢ ਕੇ ਨਰਸ ਨੂੰ ਤੋਹਫੇ ਦੇ ਰੂਪ 'ਚ ਦੇ ਦਿੱਤੀ। ਉਹ ਖੁਸ਼ ਸੀ, ਇਸ ਕਰਕੇ ਨਹੀਂ ਕਿ ਪੋਤਾ ਹੋਇਆ ਸੀ, ਬਲਕਿ ਇਸ ਕਰਕੇ ਕਿ ਮੈਂ ਬਿਲਕੁਲ ਠੀਕ ਸੀ। ਹਵੇਲੀ 'ਚ ਪੂਰੀ ਧੂਮ-ਧਾਮ ਸੀ। ਸਾਰੇ ਖੁਸ਼ ਸਨ ਕਿ ਸਾਡਾ ਪਰਿਵਾਰ ਪੂਰਾ ਹੋ ਗਿਆ ਸੀ ਬੇਟੀ ਤੇ ਬੇਟੇ ਦੇ ਆਉਣ ਨਾਲ। ਅਤੇ ਇੱਕ ਖੁਸ਼ੀ ਹੋਰ ਵੀ ਪਨਪ ਰਹੀ ਸੀ ਤੇ ਉਹ ਪਨਪ ਰਹੀ ਸੀ ਉਸ ਅੰਬ ਦੇ ਰੁੱਖ 'ਚੋਂ। ਫਲ ਵੀ ਲੱਗਣ ਲੱਗ ਗਏ ਸਨ। ਸ਼ਾਇਦ ਅਸੀਂ ਬਹੁਤ ਹੀ ਜਲਦ ਚਿੰਤਾ ਕਰਨ ਲੱਗ ਜਾਂਦੇ ਹਨ ਫਲ ਲੱਗਣ ਦੀ, ਪਰ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਆ। ਕੁਪੋਸ਼ਿਤ ਸਰੀਰ ਹੋਵੇ ਜਾਂ ਰੁੱਖ, ਦੋਵੇਂ ਹੀ ਫਲ ਨਹੀਂ ਦਿੰਦੇ। ਪਿਆਰ ਪਾਠਕੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਕਹਾਣੀ ਪਸੰਦ ਆਈ ਹੋਵੇਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ।